ਸਰਕਾਰੀ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਬੱਸ ਸਹੂਲਤ ਹੋਊਗੀ। ਕੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜ੍ਹਦੇ ਨੇ ਕੀ ਉਹ ਪੜ੍ਹ ਨਹੀਂ ਰਹੇ? ਉਹਨਾਂ ਲਈ ਸਹੂਲਤ ਕਿਉਂ ਨਹੀਂ ਹੋਣੀ ਚਾਹੀਦੀ? 2017 ਤੋਂ ਲੈ ਕੇ 2020 ਤੱਕ ਦਾ ਜਿਹੜਾ ਹੁਣ ਤੱਕ ਦਾ ਟੋਟਲ ਬਕਾਇਆ ਹੈਗਾ ਕਾਲਜਾਂ ਦਾ ਵਿਦਿਆਰਥੀਆਂ ਵੱਲੋਂ 1850 ਕਰੋੜ ਰੁਪਈਆ ਪੈਸਾ ਵਿਦਿਆਰਥੀਆਂ ਕੋਲੋਂ ਮੰਗਣਾ ਸ਼ੁਰੂ ਕਰ ਦਿੱਤਾ। ਇਹ ਕਹਿ ਕੇ ਵੀ ਤੁਸੀਂ ਸਾਨੂੰ ਭਰੋਸਾ ਦਿੱਤਾ ਸੀ ਵੀ ਸਰਕਾਰ ਸਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਊਗੀ, ਅਸੀਂ ਤੁਹਾਨੂੰ ਫਿਰ ਫੀਸ ਦੇਵਾਂਗੇ। ਪਰੰਤੂ ਨਾ ਤਾਂ ਸਰਕਾਰ ਨੇ ਵਿਦਿਆਰਥੀਆਂ ਨੂੰ ਪੈਸਾ ਦਿੱਤਾ ਜੀ ਤੇ ਨਾ ਵਿਦਿਆਰਥੀਆਂ ਨੂੰ ਕਾਲਜਾਂ ਨੂੰ ਪੈਸਾ ਦਿੱਤਾ। ਸਾਡੇ ਬੱਚਿਆਂ ਦੀ, ਪੰਜਾਬ ਦਿਆਂ ਦੀ, ਦਲਿਤ ਵਿਦਿਆਰਥੀਆਂ ਦੀ ਬਦਕਿਸਮਤੀ ਦੇਖੋ ਵੀ ਇੱਕ ਬਾਹਰਲੇ ਸਟੇਟ ਦਾ ਦਲਿਤ ਵਿਦਿਆਰਥੀ ਤਾਂ ਸਾਡੇ ਪੰਜਾਬ ਦੇ ਵਿੱਚ ਪੜ੍ਹ ਕੇ ਆਪਦਾ ਪੂਰਾ ਵਜ਼ੀਫਾ ਲੈਂਦਾ। ਪੰਜਾਬ ਦਾ ਬੱਚਾ ਦਲਿਤ ਵਿਦਿਆਰਥੀ ਪੰਜਾਬ ਦੇ ਵਿੱਚ ਪੜ੍ਹ ਕੇ ਆਪਦੀ ਸਟੇਟ ਚੋਂ ਚੌਥਾ ਹਿੱਸਾ ਲਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਪੰਜਾਬ ਦੀ ਜੇ ਸਿਆਸਤ ਦੀ ਗੱਲ ਹੁੰਦੀ ਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਨਿਤ ਆਏ ਦਿਨ ਨਵੇਂ ਤੋਂ ਨਵਾਂ ਮੁੱਦਾ ਉੱਠਦਾ ਗਾ। ਪਰ ਜਿਹੜਾ ਇਹ ਮੁੱਦਾ ਗਾ ਇਹ ਪੰਜਾਬ ਦੀ ਸਿਆਸਤ ਦੇ ਨਾਲ ਤਾਂ ਜੁੜਦੀ ਆ, ਪਰ ਸਿਆਸਤ ਤੋਂ ਪਹਿਲਾਂ ਇਹ ਲੋਕਾਂ ਦੇ ਘਰਾਂ ਦੇ ਨਾਲ ਜੁੜਦੇ ਆ, ਲੋਕਾਂ ਦੀ ਰੋਜੀ ਰੋਟੀ ਦੇ ਨਾਲ ਜੁੜਦੇ ਆ। ਕਿਉਂਕਿ ਸਾਰੇ ਮੁੱਦੇ ਕਿਤੇ ਨਾ ਕਿਤੇ ਆ ਕੇ ਖੜੇ ਹੋ ਜਾਂਦੇ ਆ ਪਾਪੀ ਪੇਟ ਦੇ ਉੱਤੇ, ਕਿਉਂਕਿ ਪਾਪੀ ਪੇਟ ਦਾ ਸਵਾਲ ਆ। ਇੱਕ ਅਜਿਹਾ ਮੁੱਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ। ਇਹ ਮੁੱਦਾ ਕੀ ਆ, ਇਹ ਕੀ ਗੱਲਬਾਤ ਆ, ਲੋਕਾਂ ਨੂੰ ਇਹ ਸਮਝ ਆ ਰਹੀ ਹੈ ਗੱਲਬਾਤ, ਲੋਕ ਇਹਦੀ ਗੰਭੀਰਤਾ ਸਮਝ ਰਹੇ ਨੇ। ਖਾਸ ਕਰਕੇ ਉਹ ਲੋਕ ਜਿਹੜੇ ਪ੍ਰਾਈਵੇਟ ਸਕੂਲ ਚਲਾਉਂਦੇ ਨੇ ਜਾਂ ਉਹ ਲੋਕ ਨੌਕਰੀ ਕਰਦੇ ਨੇ ਤੇ ਉਹ ਬੱਚੇ ਜਿਹੜਿਆਂ ਨੂੰ ਇਹ ਸਕੀਮ ਦੇ ਫਾਇਦੇ ਹੋਣੇ ਸੀ ਜਾਂ ਹੋ ਗਏ ਨੇ। ਇਹ ਗੱਲਾਂ ਬਾਤਾਂ ਕੀ ਨੇ? ਇਹ ਗੱਲਾਂ ਬਾਤਾਂ ਦੇ ਉੱਤੇ ਅੱਜ ਦਾ ਸਾਡਾ ਖਾਸ ਪ੍ਰੋਗਰਾਮ ਆ ਤੇ ਸਾਡੇ ਨਾਲ ਸਾਡੇ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਰਹਿਣਗੇ ਜਗਜੀਤ ਸਿੰਘ ਧੂਰੀ ਜੀ। ਧੂਰੀ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਇਹ ਕੀ ਮੁੱਦਾ ਜੀ? ਜਿਵੇਂ ਆਪਦੇ ਨਾਂ ਤੋਂ ਇਹ ਸਪਸ਼ਟ ਹੈਗਾ ਵੀ ਪੋਸਟ ਮੈਟ੍ਰਿਕ, ਇਹ ਜਿਹੜੇ ਦਲਿਤ ਵਿਦਿਆਰਥੀ, ਐਸਸੀ ਵਿਦਿਆਰਥੀ ਨੇ ਜਿਹੜੇ, ਉਹਨਾਂ ਲਈ ਇਹ ਕੇਂਦਰ ਸਰਕਾਰ ਦੀ ਸਕੀਮ ਸੀਗੀ ਜੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ, ਜੋ ਕਿ 2007 ਦੇ ਵਿੱਚ ਸ਼ੁਰੂ ਹੋਈ ਸੀ ਜੀ। ਪਹਿਲਾਂ ਇਹ ਸਕੀਮ 5 ਸਾਲ ਦੇ ਲਈ ਸੀ ਜੀ, ਉਸ ਤੋਂ ਬਾਅਦ ਫਿਰ ਇਹ ਸਕੀਮ 5 ਸਾਲ ਲਈ ਫਿਰ ਐਕਸਟੈਂਡ ਕਰ ਦਿੱਤੀ ਗਈ ਸੀ ਤੇ ਕੇਂਦਰ ਸਰਕਾਰ ਵੱਲੋਂ ਇਹ ਸਕੀਮ 2017 ਤੱਕ ਚਲਾਈ ਗਈ ਸੀ ਜੀ, ਜਿਹਦੇ ਵਿੱਚ 90% ਜਿਹੜਾ ਹਿੱਸਾ ਲਗਭਗ ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀਗਾ ਜੀ ਤੇ 10% ਹਿੱਸਾ ਜਿਹੜਾ ਉਹ ਰਾਜ ਸਰਕਾਰਾਂ ਨੇ, ਜਿਵੇਂ ਸਾਡੀ ਪੰਜਾਬ ਸਰਕਾਰ ਨੇ, ਪਾਉਣਾ ਸੀਗਾ ਜੀ। ਇਸ ਦੇ ਤਹਿਤ ਜਿਹੜੇ ਦਲਿਤ ਵਿਦਿਆਰਥੀ ਨੇ ਜਿਨ੍ਹਾਂ ਦੀ ਆਮਦਨ ਮਾਤਾ ਪਿਤਾ ਦੀ 2.5 ਲੱਖ ਤੱਕ ਸਾਲਾਨਾ ਹੈਗੀ ਹੈ, ਉਹਨਾਂ ਦੇ ਵਿਦਿਆਰਥੀਆਂ ਦੀ ਜਿਹੜੀ ਸਾਰੀ ਦੀ ਸਾਰੀ ਫੀਸ ਹੈਗੀ ਹੈ ਜੀ, ਇੱਥੋਂ ਤੱਕ ਕਿ ਹੋਸਟਲ ਦੇ ਖਰਚੇ, ਹੋਰ ਖਰਚੇ ਸਾਰੇ ਹੀ ਇਸ ਸਕੀਮ ਤਹਿਤ ਆਉਂਦੇ ਸੀਗੇ ਜੀ, ਤਾਂ ਕਿ ਜਿਹੜੇ ਦਲਿਤ ਵਿਦਿਆਰਥੀ ਨੇ ਜੋ ਕਿ ਆਰਥਿਕ ਪੱਖੋਂ ਵੀ ਪਛੜੇ ਹੋਏ ਨੇ ਤੇ ਪੜ੍ਹਾਈ ਪੱਖੋਂ ਵੀ ਪਛੜੇ ਹੋਏ ਸੀਗੇ, ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਇਹ ਸਕੀਮ ਸੀਗੀ, ਜੋ ਕਿ ਅਕਾਲੀ ਗੌਰਮੈਂਟ ਵੇਲੇ ਵੀ ਰਹੀ ਹੈ, ਕੇਂਦਰ ਸਰਕਾਰ ਵੇਲੇ, ਆਪਣਾ ਕਾਂਗਰਸ ਸਰਕਾਰ ਵੇਲੇ ਵੀ ਰਹੀ ਹੈ ਜੀ। ਉਸ ਦੇ ਤਹਿਤ ਵਿਦਿਆਰਥੀ ਕੀ ਕਰਦੇ ਸੀ, ਕਾਲਜਾਂ ਵਿੱਚ ਦਾਖਲਾ ਲੈਂਦੇ ਸੀ ਜੀ ਤੇ ਕਾਲਜਾਂ ਨੂੰ ਸਰਕਾਰ ਵੱਲੋਂ ਨਿਰਦੇਸ਼ ਹੁੰਦੇ ਸੀ ਵੀ ਇਹਨਾਂ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲੈਣੀ ਜੀ। ਬਿਲਕੁਲ। ਉਸ ਤੋਂ ਬਾਅਦ ਉਹ ਸਾਰੀ ਦੀ ਸਾਰੀ ਫੀਸ ਸੀ ਜਿਹੜੀ ਉਹ ਦਲਿਤ ਵਿਦਿਆਰਥੀਆਂ ਨੇ ਜੋ ਕਾਲਜਾਂ ਨੂੰ ਦੇਣੀ ਸੀ, ਉਨੀ ਹੀ ਫੀਸ ਜਿਹੜੀ ਸੀਗੀ ਉਹ ਕਾਲਜਾਂ ਨੂੰ ਰੀਇੰਬਰਸਮੈਂਟ ਕਰਨੀ ਹੁੰਦੀ ਸੀ, ਜੋ ਕਿ ਕੇਂਦਰ ਸਰਕਾਰ ਵੱਲੋਂ ਆ ਜਾਂਦੀ ਸੀ ਜੀ ਤੇ ਸਟੇਟ ਗੌਰਮੈਂਟ ਨੇ ਆਪਦਾ ਥੋੜ੍ਹਾ ਜਿਹਾ ਯੋਗਦਾਨ ਪਾ ਕੇ ਉਹ ਵੰਡਣਾ ਹੁੰਦਾ ਸੀ। ਤੇ ਇਹ ਜਦੋਂ ਸਕੀਮ 2007 ਦੇ ਵਿੱਚ ਲਾਗੂ ਹੋਈ ਤੇ ਆਪਣੀ ਸਟੇਟ ਦੇ ਵਿੱਚ ਵੀ ਲਾਗੂ ਹੋਈ ਜੀ ਤੇ 2012-13 ਤੱਕ ਇਸ ਦਾ ਭੁਗਤਾਨ ਸਹੀ ਤਰੀਕੇ ਨਾਲ ਹੁੰਦਾ ਰਿਹਾ ਜੀ। 2013 ਤੋਂ ਬਾਅਦ 17 ਤੱਕ ਫਿਰ ਇਹ ਸਕੀਮ ਸੀਗੀ ਜੀ। ਉਦੋਂ ਜਿਹੜਾ ਇਸ ਦਾ ਭੁਗਤਾਨ ਸੀਗਾ ਉਹ ਬੜਾ ਲਟਕ ਕੇ ਜੇ ਹੁੰਦਾ ਰਿਹਾ, ਲੇਕਿਨ ਕਾਫੀ ਹੱਦ ਤੱਕ ਹੋ ਗਿਆ ਤੇ ਉਹਦੇ ਵਿੱਚੋਂ ਜਿਹੜਾ 309.21 ਕਰੋੜ ਰੁਪਈਆ ਸੀ ਜਿਹੜਾ ਉਹ ਬਕਾਇਆ ਸੀ ਸੈਸ਼ਨ 16-17 ਦਾ, ਉਹ ਕੇਂਦਰ ਸਰਕਾਰ ਵੱਲੋਂ ਆਇਆ ਹੋਇਆ। ਪੰਜਾਬ ਸਰਕਾਰ ਕੋਲ ਲਗਭਗ 10 ਮਹੀਨੇ ਦਾ ਸਮਾਂ ਹੋ ਗਿਆ, ਪਰੰਤੂ ਕੇਂਦਰ ਸਰਕਾਰ ਦਾ ਉਹ ਭੇਜਿਆ ਹੋਇਆ ਪੋਸਟ ਮੈਟ੍ਰਿਕ ਸਕਾਲਰ ਦਾ ਪੈਸਾ ਹਜੇ ਤੱਕ ਵੰਡਿਆ ਨਹੀਂ ਗਿਆ ਤੇ ਉਹਦਾ ਕਾਰਨ ਉਹਦੇ ਵਿੱਚ 2 ਤਰ੍ਹਾਂ ਦਾ ਹਿੱਸਾ ਸੀਗਾ
ਇੱਕ ਜਿਹੜਾ ਕਾਲਜਾਂ ਨੂੰ ਰੀਇੰਬਰਸਮੈਂਟ ਹੋਣੀ ਸੀ, ਕਿਉਂਕਿ ਕਾਲਜਾਂ ਨੇ ਉਹ ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਸੀ ਜੀ। ਇੱਕ ਹਿੱਸਾ ਸੀਗਾ ਜਿਹੜਾ ਵਿਦਿਆਰਥੀਆਂ ਨੂੰ ਮੇਨਟੇਨੈਂਸ ਜਿਹੜਾ ਫੰਡ ਸੀਗਾ ਉਹ ਸਿੱਧਾ ਵਿਦਿਆਰਥੀਆਂ ਦੇ ਖਾਤੇ ਵਿੱਚ ਜਾਣਾ ਸੀਗਾ, ਤੇ ਉਹ ਹਜੇ ਬਕਾਇਆ ਹੈ। ਤੇ ਇੱਥੇ ਜਿਹੜੀ ਮੇਨ ਗੱਲ ਇਹ ਆ ਵੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਵੀ ਇਹ ਸਕੀਮ 2017 ਤੱਕ ਜਿਹੜੀ ਹੈਗੀ ਹੈ ਉਹ ਹੋਊਗੀ। ਉਸ ਤੋਂ ਬਾਅਦ ਰਾਜ ਸਰਕਾਰਾਂ ਨੇ ਜਿਹੜੀਆਂ ਉਹ ਲਾਸਟ ਬਿੱਲ ਜਿੰਨਾ ਹੋਊਗਾ ਉਨੀ ਲਾਇਬਿਲਟੀ ਰਾਜ ਸਰਕਾਰਾਂ ਦੀ ਹੋਊਗੀ, ਤੇ ਸਾਰੇ ਇੰਡੀਆ ਵਾਸਤੇ ਹੀ ਇਹ ਸੀਗਾ। ਤੇ ਬਹੁਤ ਸਾਰੇ ਰਾਜਾਂ ਨੇ ਇੰਡੀਆ ਦੇ ਵਿੱਚ ਆਪਦੇ ਪੱਧਰ ਦੇ ਉੱਤੇ 2017 ਤੋਂ ਬਾਅਦ 2020 ਤੱਕ ਹੁਣ ਤੱਕ ਉਹਨਾਂ ਨੇ ਆਪਦੇ ਪੱਧਰ ਤੇ ਚਾਲੂ ਰੱਖਿਆ। ਤੇ ਇਹ ਹੈ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਕਿ ਕੇਂਦਰ ਵੱਲੋਂ ਚਲਾਈ ਗਈ ਸੀ, ਤੇ ਜਿਹਦਾ ਮੈਂ 2017 ਤੱਕ ਦਾ ਤੁਹਾਨੂੰ ਜਿਹੜਾ ਹੈਗਾ ਵੇਰਵਾ ਦਿੱਤਾ। ਅਸਲ ਇਸ ਗੰਭੀਰਤਾ ਜਿਹੜੀ ਸਟਾਰਟ ਹੁੰਦੀ ਆ ਉਹ 2017 ਤੋਂ ਹੁੰਦੀ ਹੈ, ਜਿਹਦਾ ਆਪਾਂ ਹੁਣ ਮਤਲਬ ਜ਼ਿਕਰ ਕਰ ਰਹੇ ਹਾਂ ਪੋਸਟ ਮੈਟ੍ਰਿਕ ਦਾ ਜੀ। 2017 ਦੇ ਵਿੱਚ ਕੀ ਹੋਇਆ, ਜਦੋਂ ਕੇਂਦਰ ਸਰਕਾਰ ਵੱਲੋਂ ਇਹ ਸਕੀਮ ਬੰਦ ਹੋ ਗਈ ਜੀ। ਇਹ ਪੰਜਾਬ ਸਰਕਾਰ ਨੂੰ ਵੀ ਪਹਿਲਾਂ ਹੀ ਪਤਾ ਸੀ, ਹਰੇਕ ਭਾਰਤ ਦੀ ਸਟੇਟ ਨੂੰ ਪਹਿਲਾਂ ਹੀ ਪਤਾ ਸੀਗਾ। ਪੰਜਾਬ ਸਰਕਾਰ ਵੱਲੋਂ 2017 ਦੇ ਵਿੱਚ ਪੋਰਟਲ ਫੇਰ ਖੋਲ੍ਹ ਦਿੱਤੇ ਗਏ ਦਲਿਤ ਵਿਦਿਆਰਥੀਆਂ ਵਾਸਤੇ ਵੀ ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰੋ। ਉਹਨਾਂ ਨੇ ਅਪਲਾਈ ਕਰਿਆ ਤੇ ਕਾਲਜਾਂ ਨੂੰ ਨਿਰਦੇਸ਼ ਫੇਰ ਦੇ ਦਿੱਤੇ ਗਏ ਵੀ ਤੁਸੀਂ ਇਹ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲੈਣੀ ਜੀ। ਕਾਲਜਾਂ ਨੇ ਪਹਿਲੇ ਭਰੋਸਿਆਂ ਮੁਤਾਬਕ ਫੇਰ ਦਾਖਲੇ ਦੇ ਦਿੱਤੇ, ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜੀ। ਇੱਥੋਂ ਤੱਕ ਕਿ ਕਾਲਜਾਂ ਨੇ ਜਿਹੜੀ ਵਿਦਿਆਰਥੀਆਂ ਦੀ ਐਗਜ਼ਾਮੀਨੇਸ਼ਨ ਫੀਸ ਸੀਗੀ ਜੀ ਉਹ ਵੀ ਬਹੁਤ ਸਾਰੇ ਕੋਰਸਾਂ ਦੀ ਆਪਦੇ ਕੋਲੋਂ ਯੂਨੀਵਰਸਿਟੀਆਂ ਨੂੰ ਭਰ ਦਿੱਤੀ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਵੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰੀਇੰਬਰਸਮੈਂਟ ਹੈਗੀ ਹੈ ਉਹ ਤੁਹਾਨੂੰ ਆਉਣੀ ਆ ਕਾਲਜਾਂ ਨੂੰ, ਤੇ ਯੂਨੀਵਰਸਿਟੀ ਦੀ ਜਿਹੜੀ ਫੀਸ ਆ ਐਗਜ਼ਾਮੀਨੇਸ਼ਨ ਤੁਸੀਂ ਆਪਦੇ ਕੋਲੋਂ ਭਰ ਦਿਓ, ਤੁਹਾਨੂੰ ਉਹ ਵੀ ਆ ਜਾਊਗੀ। ਤਾਂ ਹੋਇਆ ਕਿ 2017 ਤੋਂ ਲੈ ਕੇ 2020 ਤੱਕ ਲਗਭਗ 1850 ਕਰੋੜ ਰੁਪਈਆ ਜੀ ਦਲਿਤ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਇਕੱਠਾ ਹੋ ਗਿਆ, ਕਿਉਂਕਿ ਵਿਦਿਆਰਥੀਆਂ ਨੇ ਕਾਲਜਾਂ ਨੂੰ ਕੋਈ ਫੀਸ ਨਹੀਂ ਦਿੱਤੀ। ਕਾਲਜਾਂ ਨੇ ਇਸ ਉਮੀਦ ਦੇ ਵਿੱਚ ਉਹਨਾਂ ਦੀ ਪੜ੍ਹਾਈ ਜਾਰੀ ਰੱਖੀ ਵੀ ਜਿਹੜਾ ਇਹ ਵਜ਼ੀਫਾ ਹੈਗਾ ਕੇਂਦਰ ਸਰਕਾਰ ਵੱਲੋਂ ਸਾਨੂੰ ਵਾਪਸ ਆ ਜਾਊਗਾ। ਲੇਕਿਨ ਜਦੋਂ ਇਹ ਕੰਮ ਇਕੱਠਾ ਹੁੰਦਾ ਗਿਆ ਤੇ ਹੁਣ ਆ ਕੇ ਪਤਾ ਲੱਗਿਆ ਵੀ ਜਿਹੜੀ ਪੰਜਾਬ ਸਰਕਾਰ ਹੈ ਇਹਦੀ ਆਰਥਿਕ ਹਾਲਤ ਇੰਨੀ ਕੁ ਖਸਤਾ ਹੋ ਚੁੱਕੀ ਹੈ ਵੀ ਇਹ ਕਿਸੇ ਪੱਖੋਂ ਵੀ ਜਿਹੜਾ 2017 ਤੋਂ ਲੈ ਕੇ 2020 ਤੱਕ ਦਾ ਦਲਿਤ ਵਿਦਿਆਰਥੀ ਦਾ ਵਜ਼ੀਫਾ ਇਹ ਦੇਣ ਦੇ ਯੋਗ ਨਹੀਂ ਹੈ। ਸੋ ਇਸ ਦੇ ਲਈ ਇਹਨਾਂ ਨੇ ਫਿਰ ਇਹੋ ਜਿਹੇ ਢੰਗ ਤਰੀਕੇ ਖੋਜਣੇ ਸ਼ੁਰੂ ਕੀਤੇ ਵੀ ਜਿਹਦੇ ਨਾਲ ਇਸ ਤੋਂ ਦੇਣ ਤੋਂ ਬਚਿਆ ਜਾ ਸਕੇ। ਇਹ ਕਰਨ ਦੇ ਨਾਲ ਕੀ ਹੋਇਆ, ਜਿਹੜੇ ਦਲਿਤ ਵਿਦਿਆਰਥੀ ਨੇ ਉਹਨਾਂ ਨੂੰ ਨਾ ਬਹੁਤਾ ਫਰਕ ਪੈਂਦੇ ਹੋਏ ਕਾਲਜਾਂ ਨੂੰ ਜ਼ਿਆਦਾ ਪ੍ਰਭਾਵਿਤ ਹੋਇਆ, ਜਿਹਦਾ ਨਤੀਜਾ ਇਹ ਨਿਕਲਿਆ ਕਿ ਕਾਲਜ 30% ਕਾਲਜ ਪੰਜਾਬ 'ਚ ਬੰਦ ਹੋ ਗਏ। ਕਿਉਂਕਿ ਉਸ ਦਾ ਕਾਰਨ ਕੀ ਸੀਗਾ ਵੀ ਉਹਨਾਂ ਦਾ ਦਲਿਤ ਵਿਦਿਆਰਥੀਆਂ ਦਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ ਬਹੁਤ ਜਿਹੜੀ ਵੱਡੀ ਫਿਗਰ ਹੋ ਗਈ ਸੀ ਜੀ। ਤੇ ਇੱਕ ਦਲਿਤ ਵਿਦਿਆਰਥੀ ਸੀ ਜਿਹੜੇ ਉਹਨਾਂ ਦੀ ਪੜ੍ਹਾਈ ਵਿੱਚ ਕਿਸੇ ਵੀ ਕਾਲਜ ਨੇ ਕੋਈ ਡਿੱਕਾ ਨਹੀਂ ਲਾਇਆ। ਅਖੀਰ ਦੇ ਵਿੱਚ ਜਦੋਂ ਜਿਹੜੇ 2-2 3-3 ਸਾਲ ਦੇ ਕੋਰਸ ਸੀਗੇ ਜਦੋਂ ਵਿਦਿਆਰਥੀ ਮੁਕੰਮਲ ਕਰਨ ਤੇ ਆਏ ਤਾਂ ਕਾਲਜਾਂ ਨੇ ਉਹਨਾਂ ਦੀਆਂ ਡਿਗਰੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਜਿਹੜਾ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ 2017 ਤੋਂ ਲਾਗੂ ਹੋਇਆ ਜੀ ਇਸ ਦੇ ਮੁਤਾਬਕ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਪਸ ਵੀ ਵਿਦਿਆਰਥੀ ਨੂੰ ਹੋਣਾ ਸੀਗਾ। ਵਿਦਿਆਰਥੀ ਨੇ ਅੱਗੇ ਕਾਲਜ ਨੂੰ ਪੇ ਕਰਨਾ ਸੀ, ਤਾਂ ਕਾਲਜਾਂ ਨੇ ਜਦੋਂ ਵਿਦਿਆਰਥੀਆਂ ਤੋਂ ਫੀਸਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਗੱਲ ਡਿਗਰੀਆਂ ਰੋਕਣ ਤੱਕ ਵੀ ਪਹੁੰਚੀ ਕਈ ਕਾਲਜਾਂ ਵੱਲੋਂ। ਉਹਦਾ ਰਿਜ਼ਲਟ ਇਹ ਨਿਕਲਿਆ ਵੀ ਸਰਕਾਰ ਜਿਹੜੀ ਪੰਜਾਬ ਸਰਕਾਰ ਸੀ ਇਹਨੇ ਫਿਰ ਜਿਹੜਾ ਹੈਗਾ ਕਾਲਜਾਂ ਦੇ ਜਿਹੜੇ ਨੁਮਾਇੰਦੇ ਸੀ, ਕਮੇਟੀਆਂ ਸੀ, ਉਹਨਾਂ ਨੂੰ ਬੁਲਾ ਕੇ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰੰਤੂ ਉਹ 'ਚ ਅਸਮਰਥਤਾ ਪ੍ਰਗਟ ਕਰ ਦਿੱਤੀ ਵੀ ਅਸੀਂ ਕਿਸੇ ਵੀ ਪੱਖ ਤੋਂ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਦੇ ਯੋਗ ਨਹੀਂ ਹੈਗੇ। ਤੇ ਉਹਦੇ ਵਿੱਚ ਨਾਲ ਜਿਹੜੀ ਗੁੰਮਰਾਹਕੁਨ ਗੱਲ ਹੋ ਗਈ, ਜਿਹੜੇ ਵੱਡੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ, ਕੈਬਨਿਟ ਮਿਨਿਸਟਰਾਂ ਵੱਲੋਂ ਵੀ ਇਹ ਗੱਲ ਕਹੀ ਜਾਣ ਲੱਗ ਗਈ ਵੀ ਜੀ ਇਹ ਕੇਂਦਰ ਸਰਕਾਰ ਵੱਲੋਂ ਨਹੀਂ ਆਏ, ਜਦ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਸਪਸ਼ਟ ਕੀਤੀ ਹੈ ਵੀ ਕੇਂਦਰ ਸਰਕਾਰ ਤਾਂ 2013 'ਚ ਹੀ ਸਪਸ਼ਟ ਕਰ ਚੁੱਕੀ ਸੀ ਵੀ ਇਹ ਸਕੀਮ 17 ਤੱਕ ਹੋਊਗੀ, ਉਦੋਂ ਬਾਅਦ ਰਾਜ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੋਊਗੀ। ਸੋ ਮੈਂ ਤਾਂ ਇਹ ਸਮਝਦਾ ਵੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈਗਾ ਇਹ 2017 ਤੋਂ ਲੈ ਕੇ 20 ਤੱਕ ਇਹ ਨਾ ਤਾਂ ਕੇਂਦਰ ਸਰਕਾਰ ਨੇ ਚਲਾਇਆ ਨਾ ਇਹ ਪੰਜਾਬ ਸਰਕਾਰ ਨੇ ਚਲਾਇਆ, ਇਹ ਸਿਰਫ ਚੱਲਿਆ ਸਿਰਫ ਕਾਲਜਾਂ ਦੀ ਬਦੌਲਤ ਚੱਲਿਆ। ਕਿਉਂਕਿ
ਦਾ ਜਿਹੜਾ ਵਜ਼ੀਫਾ ਉਹ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਆਉਣਾ ਸੀ। ਜੇ ਕਾਲਜ ਚਾਹੁੰਦੇ ਤਾਂ ਉਹਨਾਂ ਨੂੰ ਜਵਾਬ ਦੇ ਸਕਦੇ ਸੀ, ਪਰੰਤੂ ਉਹਨਾਂ ਨੇ ਇਸ ਉਮੀਦ ਦੇ ਵਿੱਚ ਵੀ ਪੰਜਾਬ ਸਰਕਾਰ ਕੋਈ ਇਹੋ ਜਿਹਾ ਕਦਮ ਨਹੀਂ ਚੁੱਕੂਗੀ ਵੀ ਵਜ਼ੀਫਾ ਵਾਪਸ ਨਾ ਕਰੇ, ਇਸ ਲਈ ਉਹ ਪੜ੍ਹਾਉਂਦੇ ਗਏ। ਹੁਣ ਰਿਜ਼ਲਟ ਇਹ ਨਿਕਲ ਚੁੱਕਿਆ ਵੀ 2017 ਤੋਂ ਲੈ ਕੇ 2020 ਤੱਕ ਦਾ ਜਿਹੜਾ ਹੁਣ ਤੱਕ ਦਾ ਟੋਟਲ ਬਕਾਇਆ ਹੈਗਾ ਕਾਲਜਾਂ ਦਾ ਵਿਦਿਆਰਥੀਆਂ ਵੱਲੋਂ 1850 ਕਰੋੜ ਰੁਪਈਆ। ਜਦੋਂ ਹੁਣ ਕਾਲਜਾਂ ਨੂੰ ਇਹ ਸੰਕੇਤ ਹੋ ਗਏ ਵੀ ਇਹ ਪੈਸਾ ਪੰਜਾਬ ਸਰਕਾਰ ਦੇਣ ਦੇ ਯੋਗ ਨਹੀਂ ਹੈਗੀ, ਤਾਂ ਕਾਲਜਾਂ ਨੇ ਕੁਦਰਤੀ ਤੌਰ ਤੇ ਉਹ ਪੈਸਾ ਵਿਦਿਆਰਥੀਆਂ ਕੋਲੋਂ ਮੰਗਣਾ ਸ਼ੁਰੂ ਕਰ ਦਿੱਤਾ, ਇਹ ਕਹਿ ਕੇ ਵੀ ਤੁਸੀਂ ਸਾਨੂੰ ਭਰੋਸਾ ਦਿੱਤਾ ਸੀ ਵੀ ਸਰਕਾਰ ਸਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਊਗੀ, ਅਸੀਂ ਤੁਹਾਨੂੰ ਫਿਰ ਫੀਸ ਦੇਵਾਂਗੇ। ਪਰੰਤੂ ਨਾ ਤਾਂ ਸਰਕਾਰ ਨੇ ਵਿਦਿਆਰਥੀਆਂ ਨੂੰ ਪੈਸਾ ਦਿੱਤਾ ਤੇ ਨਾ ਵਿਦਿਆਰਥੀਆਂ ਨੂੰ ਕਾਲਜਾਂ ਨੂੰ ਪੈਸਾ ਦਿੱਤਾ। ਹੁਣ ਜਿਹੜੀ ਇਸ ਟਾਈਮ ਮੌਜੂਦਾ ਸਮੱਸਿਆ ਪੈਦਾ ਹੋ ਚੁੱਕੀ ਹੈ ਉਹ ਇਹ ਹੈ ਵੀ ਕਾਲਜਾਂ ਨੇ ਵਿਦਿਆਰਥੀਆਂ ਨੂੰ ਲੀਗਲ ਨੋਟਿਸ ਕੱਢਣੇ ਸ਼ੁਰੂ ਕਰ ਦਿੱਤੇ ਨੇ, ਜਿਹਦੇ ਤਹਿਤ ਉਹਨਾਂ ਨੇ ਆਪਦੀ ਵਸੂਲੀ ਦੀ ਗੱਲ ਕੀਤੀ ਹੈ। ਇਹ ਆਉਣ ਵਾਲੇ 5-10 ਦਿਨਾਂ ਦੇ ਵਿੱਚ ਇਹ ਮਸਲਾ ਬਹੁਤ ਗੰਭੀਰ ਹੋਣ ਵਾਲਾ, ਕਿਉਂਕਿ ਜਦੋਂ ਵਿਦਿਆਰਥੀ ਨੇ ਉਹਨਾਂ ਨੂੰ ਇੱਕਦਮ ਇਹ ਰਾਸ਼ੀ ਦੇਣ ਦੀ ਗੱਲ ਕੀਤੀ ਜਾਊਗੀ, ਉਹਨਾਂ ਦੇ ਜਿਹੜੇ ਕੋਰਸ ਚੱਲ ਰਹੇ ਨੇ ਉਹ ਪੂਰੇ ਨਹੀਂ ਹੋਣਗੇ ਜਾਂ ਉਹਨਾਂ ਦੇ ਡਿਗਰੀਆਂ ਰੋਕਣ ਦੀ ਨੌਬਤ ਆਊਗੀ, ਤਾਂ ਇਹ ਜਿਹੜਾ ਮਸਲਾ ਹੋਰ ਜ਼ਿਆਦਾ ਗੰਭੀਰ ਹੋ ਜਾਊਗਾ। ਸੋ ਇਹ ਇਸ ਟਾਈਮ ਦੀ ਜਿਹੜੀ ਸਥਿਤੀ ਹੈਗੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ, ਜਿਹੜੀ ਮੈਂ ਦੱਸ ਰਿਹਾ ਸੀ 2017 ਤੋਂ 20 ਤੱਕ ਦਾ। ਲੇਕਿਨ ਇੱਕ ਜਿਹੜੀ ਬਹੁਤ ਵਿਸ਼ੇਸ਼ ਗੱਲ ਹੋ ਗਈ ਇਸ ਮੌਕੇ ਦੇ ਉੱਤੇ, ਉਹ ਹੋ ਗਿਆ ਦਲਿਤ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੋਖਾ ਹੋ ਗਿਆ। ਦੇਖੋ ਕਾਲਜਾਂ ਨਾਲ ਤਾਂ 2017 ਤੋਂ 20 ਤੱਕ ਧੋਖਾ ਹੋ ਗਿਆ ਜੀ, ਤੇ ਉਹ ਵੀ ਦਲਿਤ ਵਿਦਿਆਰਥੀਆਂ ਨਾਲ ਵੀ ਹੋਇਆ ਤੇ ਕਾਲਜਾਂ ਨਾਲ ਵੀ ਹੋਇਆ ਜੀ। ਲੇਕਿਨ ਜਿਹੜਾ ਹੁਣ ਇਸ ਟਾਈਮ ਇੱਕ ਐਸੀ ਗੱਲ ਵਾਪਰ ਚੁੱਕੀ ਹੈ ਜਿਹਦਾ ਅਜੇ ਪਤਾ ਨਾ ਤਾਂ ਦਲਿਤ ਵਿਦਿਆਰਥੀਆਂ ਨੂੰ ਬਹੁਤ ਚੰਗੀ ਤਰ੍ਹਾਂ ਹੈ, ਨਾ ਦਲਿਤ ਵਿਦਿਆਰਥੀਆਂ ਦੇ ਜਥੇਬੰਦੀਆਂ ਨੂੰ ਬਹੁਤਾ ਜ਼ਿਆਦਾ ਪਤਾ ਇਸ ਗੱਲ ਬਾਰੇ। ਉਹ ਹੋਇਆ ਕਿ ਹੁਣ 2021 ਦੇ ਵਿੱਚ ਕੇਂਦਰ ਸਰਕਾਰ ਨੇ ਮੁੜ ਕੇ ਫਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆਪਦੇ ਵੱਲੋਂ ਚਾਲੂ ਕਰ ਦਿੱਤੀ, ਪਰ ਇਸ ਵਾਰ ਕੇਂਦਰ ਨੇ ਇਹ ਗੱਲ ਕਹੀ ਹੈ ਵੀ ਅਸੀਂ 60% ਹਿੱਸਾ ਪਾਵਾਂਗੇ। ਜਿਹੜੀ ਰਾਜ ਸਰਕਾਰ ਆ, ਸਟੇਟ ਗੌਰਮੈਂਟ ਹੈਗੀ ਹੈ, ਉਹ 40% ਹਿੱਸਾ ਪਾਵੇ। ਜਿਹੜੀ ਸਟੇਟ ਗੌਰਮੈਂਟ 40% ਹਿੱਸਾ ਪਾਊਗੀ ਉਸੇ ਨੂੰ 60% ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤਾ ਜਾਊਗਾ। ਹੁਣ ਇਹ 28 ਫਰਵਰੀ ਤੱਕ ਪੰਜਾਬ ਸਰਕਾਰ ਨੇ ਇਹ ਪੇਮੈਂਟ ਬੱਚਿਆਂ ਦੇ ਖਾਤਿਆਂ ਵਿੱਚ 40% ਪਾਉਣੀ ਸੀ, ਤਾਂ ਸੈਂਟਰ ਵੱਲੋਂ 60% ਆਉਣੀ ਸੀ। ਇਸ ਮਾਹੌਲ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਕੰਮ ਕੀਤਾ, ਜਿਹਨੂੰ ਮੈਂ ਕਹਿ ਰਿਹਾ ਵੀ ਦਲਿਤ ਵਿਦਿਆਰਥੀਆਂ ਨਾਲ ਸਿੱਧਾ ਧੋਖਾ ਕੀਤਾ ਹੈ, ਤੇ ਉਹ ਇਹ ਕੀਤਾ ਵੀ ਆਪਦਾ ਬਜਟ ਘਟਾਉਣ ਦੇ ਲਈ ਵੀ ਸਾਡਾ 40% ਹਿੱਸਾ ਘਟ ਜਾਵੇ, ਇਹਨਾਂ ਨੇ ਦਲਿਤ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਟਾ ਕੇ ਸਰਕਾਰੀ ਕਾਲਜਾਂ ਜਿੰਨਾ ਕਰਤਾ। ਮੰਨ ਲਓ ਇੱਕ ਵਿਦਿਆਰਥੀ ਕਿਸੇ ਬੀਐਡ ਕਾਲਜ ਵਿੱਚ ਦਾਖਲਾ ਲੈ ਚੁੱਕਿਆ ਪ੍ਰਾਈਵੇਟ ਦੇ ਵਿੱਚ, ਉਹਦੀ ਫੀਸ ਹੈਗੀ ਆ 64,000 ਰੁਪਈਆ ਜਿਹੜੀ ਉਹਨੇ ਅਦਾ ਕਰਨੀ ਆ ਕਾਲਜ ਨੂੰ, ਤੇ ਉਹਨੂੰ ਕਿਹਾ ਗਿਆ ਵੀ ਤੈਨੂੰ ਅਸੀਂ 16,000 ਰੁਪਏ ਦੇਵਾਂਗੇ। ਉਹਨੂੰ ਨਹੀਂ ਕਿਹਾ ਗਿਆ ਰਾਤੋਂ ਰਾਤ ਉਹਦੇ ਪੋਰਟਲ ਤੋਂ ਘਟਾ ਦਿੱਤਾ ਗਿਆ 16,000, ਕਿਉਂਕਿ ਸਰਕਾਰੀ ਕਾਲਜਾਂ ਦੀ ਫੀਸ ਹੈ, ਉਹਦਾ ਵੀ ਅੱਗੇ 40% ਦੇਵਾਂਗੇ। ਇਸੇ ਤਰ੍ਹਾਂ ਇੱਕ ITI ਕਰਨ ਵਾਲੇ ਵਿਦਿਆਰਥੀ ਦੀ ਜਿਹੜੀ ਫੀਸ ਹੈਗੀ ਹੈ ਪ੍ਰਾਈਵੇਟ ਸੰਸਥਾਵਾਂ ਵਿੱਚ ਸਰਕਾਰ ਨੇ ਜਿਹੜੀ ਖੁਦ ਨਿਰਧਾਰਿਤ ਕੀਤੀ ਹੋਈ ਹੈ ਉਹ 19,000 ਰੁਪਈਆ। ਮੈਂ ਜਗਜੀਤ ਜੀ ਤੁਹਾਡੀ ਸਾਰੀ ਗੱਲ ਧਿਆਨ ਨਾਲ ਸੁਣ ਲਈ, ਸਾਡੇ ਦਰਸ਼ਕਾਂ ਨੇ ਵੀ ਸੁਣ ਲਈ ਜੀ, ਪਰ ਜਿਹੜਾ ਇਹ ਪਹਿਲਾਂ ਵਾਲਾ ਮਾਮਲਾ ਸੀ ਜੀ, ਉਸ ਮਾਮਲੇ ਦੇ ਉੱਤੇ ਜੇ ਮੌਜੂਦਾ ਆਪਾਂ ਵਿੱਤ ਮੰਤਰੀ ਦੀ ਗੱਲ ਕਰਦੇ ਹਾਂ ਮਨਪ੍ਰੀਤ ਸਿੰਘ ਬਾਦਲ ਦੀ, ਉਹਨਾਂ ਨਾਲ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ, ਉਹਨਾਂ ਨਾਲ ਤੁਹਾਡੀ ਕੋਈ ਮੀਟਿੰਗ ਹੋਈ? ਕਿਉਂਕਿ ਪਿਛਲੇ ਦਿਨੀ ਇੱਕ ਸੰਸਦ ਦੇ ਵਿੱਚ ਬਿਆਨ ਵੀ ਆਉਂਦਾ ਇਸ ਨੂੰ ਲੈ ਕੇ, ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਦੇਖੋ ਜੀ, ਜਿਹੜੀ ਐਸੋਸੀਏਸ਼ਨ ਦੀ ਮੈਂ ਨੁਮਾਇੰਦਗੀ ਕਰ ਰਿਹਾ ਜੈਕ, ਇਹ 13 ਐਸੋਸੀਏਸ਼ਨਾਂ ਦੀ ਇੱਕ ਸਾਂਝੀ ਸੰਸਥਾ ਹੈ ਜੀ, ਜਿਹਦੇ ਵਿੱਚ ਪੰਜਾਬ ਦੇ ਹਰ ਵਰਗ ਦੇ ਕਾਲਜ ਨੇ ਜਿਹੜੇ ਉਹ ਕਵਰ ਹੁੰਦੇ ਨੇ ਜੀ। ਸਾਡੀਆਂ ਲਗਭਗ 11-12 ਮੀਟਿੰਗਾਂ ਹੋ ਚੁੱਕੀਆਂ ਨੇ, ਜਿਹੜੀਆਂ ਕਿ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਹੋਈਆਂ ਸੀਗੀਆਂ, ਜਿਹੜੇ ਇਹਨਾਂ ਨਾਲ ਸੰਬੰਧਿਤ ਮੰਤਰੀ ਸੀ ਸਰਦਾਰ ਧਰਮਸੋਤ ਸਿੰਘ ਜੀ, ਉਹਨਾਂ ਨਾਲ ਵੀ ਹੋਈਆਂ ਸੀਗੀਆਂ ਜੀ, ਤੇ ਚੰਨੀ ਸਾਹਿਬ ਨਾਲ ਵੀ ਹੋਈਆਂ ਸੀ। ਉਸ ਤੋਂ ਬਾਅਦ ਸਾਡੀ ਗਰੁੱਪ ਆਫ ਮਿਨਿਸਟਰਸ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਜਿਹਦੇ ਵਿੱਚ ਮੁੱਖ ਸਕੱਤਰ ਵੀ ਸ਼ਾਮਲ ਹੁੰਦੇ ਰਹੇ ਨੇ ਤੇ ਜਿਹੜੇ ਸਿੱਖਿਆ ਸਕੱਤਰ ਸਾਰੇ ਉਹ ਸ਼ਾਮਲ ਹੁੰਦੇ ਰਹੇ ਨੇ। ਸਾਨੂੰ ਉਹਨਾਂ ਨੇ ਬਹੁਤ ਭਰੋਸਾ ਦਿੱਤਾ, ਆਪਦੀ ਸੰਜੀਦਗੀ ਵੀ ਦਿਖਾਈ ਵੀ ਅਸੀਂ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਹੱਲ ਕਰਨਾ ਚਾਹੁੰਦੇ ਹਾਂ। ਪਰ ਮੈਨੂੰ ਇਹ ਲੱਗਿਆ ਵੀ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਖਜ਼ਾਨੇ ਦੀ ਹਾਲਤ ਆ ਉਹਨੇ ਇਹਨਾਂ ਨੂੰ ਮਜਬੂਰ ਕਰ ਦਿੱਤਾ, ਤੇ ਇੰਨਾ ਮਜਬੂਰ ਕਰ ਦਿੱਤਾ ਵੀ ਕਿ ਵਿਦਿਆਰਥੀਆਂ ਨਾਲ ਵੀ ਧੋਖਾ ਕਰ ਬੈਠੇ। ਤਾਂ ਉਹਨਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ, ਮੀਟਿੰਗਾਂ ਦੇ ਦੌਰਾਨ ਸਾਨੂੰ ਭਰੋਸਾ ਵੀ ਦਿੱਤਾ
ਤੇ ਇਹ ਵੀ ਕਿਹਾ ਵੀ ਅਸੀਂ ਆਪਦਾ ਸ਼ੇਅਰ ਵੀ ਪਾ ਦੇਾਂਗੇ। 17 ਤੋਂ ਲੈ ਕੇ 20 ਤੱਕ ਦੀ ਗੱਲ ਵੀ ਮੰਨੀ ਵੀ ਹਾਂਜੀ ਅਸੀਂ ਆਪਦੇ ਪੱਧਰ ਤੇ ਚਲਾ ਲਈ ਸੀ, ਜਿਹਨੂੰ ਹੁਣ ਪਬਲਿਕ ਦੇ ਵਿੱਚ ਇਹ ਇਸ ਤਰ੍ਹਾਂ ਕਹਿ ਰਹੇ ਨੇ ਲੋਕਾਂ ਨੂੰ ਵੀ ਜੇ ਕੇਂਦਰ ਵੱਲੋਂ ਨਹੀਂ ਆਇਆ। ਜੀ ਬਿਲਕੁਲ ਕਲੀਅਰ ਹੈ, ਤੁਸੀਂ ਪਾਲਿਸੀ ਪੜ੍ਹ ਲਓ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਹੈ, ਪੂਰੇ ਇੰਡੀਆ ਵਾਸਤੇ ਆ ਪਾਲਿਸੀ, ਉਹ ਇਕੱਲੇ ਪੰਜਾਬ ਵਾਸਤੇ ਨਹੀਂ ਹੈਗੀ। ਉਹ 'ਚ 2013 ਦੀ ਪਾਲਿਸੀ ਵਿੱਚ ਸਪਸ਼ਟ ਲਿਖਿਆ ਹੋਇਆ ਇਹ ਗੱਲ ਵੀ ਇਹ 2017 ਤੱਕ ਹੀ ਹੋਊਗੀ। ਉਸ ਤੋਂ ਬਾਅਦ ਰਾਜ ਸਰਕਾਰ ਨੇ ਆ। ਹੁਣ ਮੈਂ ਮਨਪ੍ਰੀਤ ਬਾਦਲ ਜੀ ਦਾ ਵੀ ਬਿਆਨ ਸੁਣ ਰਿਹਾ ਸੀਗਾ, ਉਹ ਵੀ ਇਸ ਗੱਲ ਨੂੰ ਸਾਰੇ ਹੀ ਇਸ ਗੱਲ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਤਾਂ ਇਹ ਤਾਂ ਜੀ ਕੇਂਦਰ ਨੇ ਭੇਜਣੇ ਸੀ ਜੀ, ਉਹਨਾਂ ਨੇ ਸਾਨੂੰ ਭੇਜੇ ਨਹੀਂ, ਅਸੀਂ ਵੰਡ ਨਹੀਂ ਸਕੇ। ਪਰ ਧੂਰੀ ਜੀ ਐਡਾ ਵੱਡਾ ਜਿਹੜਾ ਇਹ ਝੂਠ ਮਾਰਿਆ ਜਾ ਰਿਹਾ ਹੈਗਾ, ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਤਾਂ ਨੁਕਸਾਨ ਹੈਗਾ ਹੀ ਆ ਜੀ, ਕਾਲਜਾਂ ਵਾਲਿਆਂ ਦਾ ਵੀ ਨੁਕਸਾਨ ਆ, ਜਿਹੜੇ ਬੰਦੇ ਸਟੇਟ ਦੀ ਡਿਵੈਲਪਮੈਂਟ 'ਚ ਆਪਦਾ ਹਿੱਸਾ ਪਾ ਰਹੇ ਨੇ, ਬਹੁਤ ਪੱਖਾਂ ਤੋਂ ਆਪਦਾ ਹਿੱਸਾ ਪਾ ਰਹੇ ਨੇ, ਪਰ ਇਹ ਧੋਖੇ ਦੇ ਵਿੱਚ ਕਿਉਂ ਰੱਖਿਆ ਜਾ ਰਿਹਾ ਹੈਗਾ? ਕਿਉਂਕਿ ਹੁਣ ਜੇ ਆਪਾਂ 22 ਦੀ ਗੱਲ ਕਰਦੇ ਹਾਂ, ਇਲੈਕਸ਼ਨਸ ਵੀ ਨੇੜੇ ਆ ਗਈਆਂ, ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ, ਮੁੱਦੇ ਬੜੇ ਸਾਰੇ ਨੇ, ਪਰ ਜਿਹੜਾ ਇਹ ਮੁੱਦਾ ਗਾ ਇੰਨੇ ਪੈਸਿਆਂ ਦਾ, ਇਹ ਮੁੱਦਾ ਬੜਾ ਗੰਭੀਰ ਆ, ਇਹਨੂੰ ਆਏ ਪਰਦੇ ਦੇ ਪਿੱਛੇ ਕਿਉਂ ਰੱਖਿਆ ਜਾ ਰਿਹਾ ਹੈਗਾ? ਤੁਸੀਂ ਕੀ ਸਮਝਦੇ ਹੋ? ਪਰ ਜੇ ਇਹ ਇਦਾਂ ਹੀ ਪਰਦੇ ਦੇ ਪਿੱਛੇ ਰਿਹਾ ਤਾਂ ਆਉਣ ਵਾਲੇ ਹਾਲਾਤ ਫਿਰ ਬੜੇ ਖਰਾਬ ਹੋ ਜਾਣੇ ਆ। ਦੇਖੋ ਜੀ, ਜਦੋਂ ਕੋਈ ਆਪਦੀ ਨਾਕਾਮੀ ਛਪਾਉਣ ਦੀ ਗੱਲ ਕਰਦਾ ਤਾਂ ਉਹ ਕਈ ਵਾਰ ਕੋਈ ਇਹੋ ਜਿਹੇ ਸਟੈਪ ਵੀ ਚੱਕ ਬੈਠਦਾ ਜਿਹਨਾਂ 'ਚ ਕੋਈ ਸੱਚਾਈ ਨਹੀਂ ਹੁੰਦੀ। ਮੈਂ ਪਹਿਲਾਂ ਹੀ ਗੱਲ ਕਰ ਰਿਹਾ ਵੀ ਇਹ ਪੋਸਟ ਮੈਟ੍ਰਿਕ ਨੂੰ ਪਹਿਲਾਂ ਤਾਂ ਇਹ ਕਹੀ ਗਏ ਜੀ ਵੀ ਸ਼ਾਇਦ ਇਹ ਜੀ ਇਹਨਾਂ ਦੇ ਆਡਿਟ ਹੋ ਰਹੇ ਨੇ ਜੀ, ਕੋਈ ਇਹਨਾਂ ਦੀ ਉਹ ਨਾ ਹੋਵੇ ਜੀ ਵਿੱਚ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। 8 ਆਡਿਟ ਹੋ ਚੁੱਕੇ ਨੇ ਇਸ ਕਾਲਜਾਂ ਦੇ। ਅਸੀਂ ਖੁਦ ਮੰਗ ਕੀਤੀ ਸੀ ਵੀ ਜੇ ਕੋਈ ਕਾਲਜ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਸਜ਼ਾ ਦਿਓ ਜੀ, ਇਹੋ ਜਿਹਾ ਕੁਝ ਹੈ ਹੀ ਨਹੀਂ। ਇਹ ਤੋਂ ਵੱਡਾ ਕੀ ਗੱਲ ਹੋਊਗਾ? 2017 ਦੇ ਵਿੱਚ ਬੱਚਿਆਂ ਨੂੰ ਅਪਲਾਈ ਕਰਵਾ ਲਿਆ ਗਿਆ ਤੇ 3 ਸਾਲ ਉਹਨਾਂ ਨੂੰ ਕੋਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਦਿੱਤਾ। ਹੁਣ ਮੈਂ ਤੁਸੀਂ ਨੁਕਸਾਨ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਨੁਕਸਾਨ ਦੱਸਦਾ ਜੀ। 2016-17 ਤੋਂ ਲੈ ਕੇ ਹੁਣ ਜਿਹੜਾ ਲਾਸਟ ਈਅਰ ਸੀਗਾ ਜਾਂ ਜਿਹੜਾ ਹੁਣੇ ਅਪਲਾਈ ਹੋਏ ਨੇ ਬੱਚੇ, 1.25 ਲੱਖ ਬੱਚਾ ਘਟ ਚੁੱਕਿਆ ਜੀ। ਜੇ ਪਹਿਲਾਂ 3 ਲੱਖ ਦੀ ਰੇਂਜ ਦੇ ਵਿੱਚ ਵਿਦਿਆਰਥੀ ਸੀਗੇ ਤਾਂ 1.25 ਲੱਖ ਦਲਿਤ ਵਿਦਿਆਰਥੀ ਨੇ ਜਿਹੜੇ ਉਹ ਘਟ ਚੁੱਕੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਸਮੇਂ ਸਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਨਹੀਂ ਮਿਲੀ। ਦੂਜਾ ਇਸ ਦੇ ਵਿੱਚ ਇਹ ਹੈ ਵੀ ਜਿਹੜੇ ਵਿਦਿਆਰਥੀ ਹੁਣ ਇਸ ਟਾਈਮ ਦਾਖਲਾ ਲੈ ਚੁੱਕੇ ਨੇ ਪੰਜਾਬ ਸਰਕਾਰ ਦੇ ਭਰੋਸੇ, ਉਹਨਾਂ ਨੇ ਜਿਸ ਦਿਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕੀਤਾ ਸੀਗਾ ਉਸ ਦਿਨ ਉੱਥੇ ਫੀਸ ਪੂਰੀ ਦਿਖਾਈ ਦੇ ਰਹੀ ਸੀ। ਬੀਐਡ ਦੀ ਫੀਸ 64,000 ਦਿਖਾਈ ਦੇ ਰਹੀ ਸੀ, ITI ਦੀ 19,000 ਦਿਖਾਈ ਦੇ ਰਹੀ ਸੀ, ETT ਦੀ 40,000 ਦਿਖਾਈ ਦੇ ਰਹੇ ਸੀ। ਲੇਕਿਨ ਜਦੋਂ ਹੁਣ ਰਾਤੋਂ ਰਾਤ ਪੋਰਟਲ ਦੇ ਪਿੱਛੋਂ ਬੈਕ ਐਂਡ ਤੋਂ ਇਹਨਾਂ ਨੇ ਚੇਂਜ ਕਰਤਾ, ਉਹਦੇ ਵਿੱਚ ਕੀ ਹੋਇਆ? ਬੀਐਡ ਦੀ ਫੀਸ 16,000 15,000 ਸਮਥਿੰਗ ਦਿਖਣ ਲੱਗ ਗਈ। ਹੁਣ ਇੱਕ ਕਾਲਜ ਕੀ ਕਰੂਗਾ? ਉਹ ਵਿਦਿਆਰਥੀ ਤੋਂ 64,000 ਜਿਹੜੀ ਸਰਕਾਰ ਨੇ ਖੁਦ ਨਿਰਧਾਰਿਤ ਕੀਤੀ ਫੀਸ ਆ ਉਹ ਡਿਮਾਂਡ ਕਰੂ, ਵਿਦਿਆਰਥੀ ਕੋਲ ਆਊਗੀ 16,000, ਤਾਂ ਬਾਕੀ ਦਾ ਖਮਿਆਜਾ ਜਿਹੜਾ ਹੈਗਾ ਉਹ ਦਲਿਤ ਵਿਦਿਆਰਥੀਆਂ ਨੂੰ ਭੁਗਤਣਾ ਪਊਗਾ। ਮੈਨੂੰ ਇਹ ਗੱਲ ਦਾ ਬੜਾ ਅਫਸੋਸ ਹੈ ਵੀ ਐਡਾ ਵੱਡਾ ਮਸਲਾ ਇੱਥੇ ਦਲਿਤ ਵਿਦਿਆਰਥੀ ਵੀ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੀ ਨਹੀਂ ਹੋਇਆ ਹਜੇ। ਇੰਨੀਆਂ ਜਥੇਬੰਦੀਆਂ ਜਾਂ ਜਿਹੜੇ ਦਲਿਤ ਹਤੈਸ਼ੀ ਲੋਕ ਨੇ ਉਹ ਚੁੱਪ ਬੈਠੇ ਨੇ। ਸੀਗਾ ਜਿਹੜੀਆਂ ਦਲਿਤ ਜਥੇਬੰਦੀਆਂ ਦੀ ਜੇ ਗੱਲ ਹੁੰਦੀ ਆ ਜੀ, ਆਪੋ ਆਪਣੇ ਹੱਕ ਮੰਗਣ ਦੇ ਲਈ ਆਪਾਂ ਆਮ ਤੌਰ ਤੇ ਦੇਖਦੇ ਆਂ ਵੀ ਦਫ਼ਤਰਾਂ ਦੇ ਬਾਹਰ ਧਰਨੇ ਲੱਗੇ ਹੁੰਦੇ ਆ, ਜਾਂ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਆ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਲੱਗੇ ਹੁੰਦੇ ਆ, ਕੋਠੀਆਂ ਦਾ ਘਰਾਵ ਕਰਿਆ ਹੁੰਦਾ ਗਾ। ਪਰ ਜਿਹੜਾ ਇਹ ਮਾਮਲਾ ਗਾ, ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਇੰਨੀ ਚੁੱਪ ਕਿਉਂ? ਮੇਰੇ ਖਿਆਲ 'ਚ ਉਹ ਉਡੀਕ ਕਰ ਰਹੇ ਨੇ ਇਸ ਗੱਲ ਦੀ, ਜਾਂ ਤਾਂ ਵੀ ਜਦੋਂ ਇਹ ਬਹੁਤ ਜ਼ਿਆਦਾ ਵਿਗੜ ਜੂਗਾ ਉਦੋਂ ਧਰਨੇ ਲਾਵਾਂਗੇ, ਫਿਰ ਉਦੋਂ ਧਰਨੇ ਨੇ ਜਿਹੜੇ ਉਹਨਾਂ ਦਾ ਕੀ ਫਾਇਦਾ ਹੋਊਗਾ। ਹੁਣ ਇਸ ਟਾਈਮ ਦੇਖੋ, ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਉਹਨੂੰ ਗੱਲ ਸਮਝਣ ਦੀ ਲੋੜ ਆ। ਇਹ 60,000 64,000 16,000 ਦਾ ਮਸਲਾ ਨਹੀਂ ਹੈਗਾ। ਕੇਂਦਰ ਸਰਕਾਰ 64,000 ਰੁਪਇਆ ਦੇਣ ਨੂੰ ਤਿਆਰ ਆ। ਜਿਹੜੇ ਵਿਦਿਆਰਥੀ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਪੜ੍ਹਦੇ ਨੇ, ਕੋਈ ਹਰਿਆਣੇ ਤੋਂ ਪੜ੍ਹਦਾ, ਕੋਈ ਰਾਜਸਥਾਨ ਤੋਂ ਪੜ੍ਹਦਾ, ਕੋਈ ਬੰਗਾਲ ਤੋਂ ਪੜ੍ਹਦਾ, ਉਹਨਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਹਨਾਂ ਦੀ ਸਟੇਟ ਨੇ ਦੇਣਾ ਹੁੰਦਾ। ਉਹਨਾਂ ਦੀ ਸਟੇਟ ਉਹਨਾਂ ਨੂੰ 2017 ਤੋਂ ਹੁਣ ਤੱਕ ਪੂਰਾ ਦਿੰਦੀ ਆਈ ਹੈ। ਉਹਨਾਂ ਦੇ ਹੋਸਟਲ ਦਾ ਖਰਚਾ ਵੀ ਦਿੰਦੀ ਆਈ ਹੈ ਜੀ, ਸਟੇਸ਼ਨਰੀ ਦਾ ਖਰਚਾ ਵੀ ਦਿੰਦੀ ਆਈ ਹੈ। ਹੁਣ ਸਾਡੇ ਬੱਚਿਆਂ ਦੀ, ਪੰਜਾਬ ਦਿਆਂ ਦੀ, ਦਲਿਤ ਵਿਦਿਆਰਥੀਆਂ ਦੀ ਬਦਕਿਸਮਤੀ ਦੇਖੋ ਵੀ ਇੱਕ ਬਾਹਰਲੇ ਸਟੇਟ ਦਾ ਦਲਿਤ ਵਿਦਿਆਰਥੀ ਤਾਂ ਸਾਡੇ ਪੰਜਾਬ ਦੇ ਵਿੱਚ ਪੜ੍ਹ ਕੇ ਆਪਦਾ ਪੂਰਾ ਵਜ਼ੀਫਾ ਲੈਂਦਾ। ਪੰਜਾਬ ਦਾ ਬੱਚਾ ਦਲਿਤ ਵਿਦਿਆਰਥੀ ਪੰਜਾਬ ਦੇ ਵਿੱਚ ਪੜ੍ਹ ਕੇ ਆਪਦੀ ਸਟੇਟ 'ਚੋਂ ਚੌਥਾ ਹਿੱਸਾ ਲਊਗਾ। ਉਹ ਕਿਉਂ ਆ? ਕਿਉਂਕਿ ਸਾਡੇ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਖਸਤਾ, ਜਿਹੜੀ ਉਹਨੇ ਮਜਬੂਰ ਕਰਤਾ ਸਰਕਾਰ ਨੂੰ ਇਹੋ ਜਿਹਾ ਗਲਤ ਕਦਮ ਚੁੱਕਣ ਦੇ ਲਈ। ਹੁਣ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ, ਕਿਉਂਕਿ ਕਾਲਜਾਂ ਨੂੰ ਪਹਿਲਾਂ ਹੀ 2017 ਤੋਂ ਕੁਝ ਨਹੀਂ ਮਿਲਿਆ ਹੈਗਾ। ਇਸ ਲਈ ਉਹਨਾਂ ਨੇ ਸਪਸ਼ਟ ਸਟੈਂਡ ਲੈ ਲਿਆ, ਸਰਕਾਰ ਨੂੰ ਲਿਖ ਵੀ ਦਿੱਤਾ ਅਸੀਂ ਵੀ ਅਸੀਂ ਵਿਦਿਆਰਥੀਆਂ ਤੋਂ ਆਪਦੀ ਪੂਰੀ ਫੀਸ ਵਸੂਲਾਂਗੇ ਜਿੰਨੀ ਤੁਸੀਂ ਸਾਨੂੰ ਨਿਰਧਾਰਿਤ ਕੀਤੀ ਹੋਈ ਆ।
ਤੁਸੀਂ ਵਿਦਿਆਰਥੀਆਂ ਨੂੰ ਪੋਰਟਲ ਉਹਨਾਂ ਦੇ ਚੇਂਜ ਕਰਕੇ ਘੱਟ ਦੇ ਰਹੇ ਹੋ, ਇਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਲਾਸ ਆ ਜਿਹੜਾ ਨਾ ਹੀ ਸਿਰਫ ਸੰਖਿਆ ਦੇ ਵਿੱਚ ਆ, ਇਹ ਅਮਾਉਂਟ ਦੇ ਵਿੱਚ ਵੀ ਹੈ। ਔਰ ਇਹ ਪੰਜਾਬ ਦੇ ਵਿੱਚ ਜਿਹੜੇ ਇੰਨੇ ਵਧੀਆ ਇਨਫਰਾਸਟ੍ਰਕਚਰ ਦੇ ਕਾਲਜ ਬਣੇ ਹੋਏ ਨੇ ਉਹਨਾਂ ਨੂੰ ਇੱਕ ਬੰਦ ਕਰਨ ਦਾ ਕਾਰਨ ਵੀ ਬਣੂਗੀ। ਸੋ ਇਸ ਨੁਕਸਾਨ ਦੀ ਮੈਂ ਨਹੀਂ ਸਮਝਦਾ ਵੀ ਕਿਸੇ ਵੀ ਢੰਗ ਨਾਲ ਜਿਹੜੀ ਹੈਗੀ ਆ ਪੂਰਤੀ ਹੋ ਸਕਦੀ ਹੈ। ਜੇ ਮੈਂ ਇੱਥੇ ਇੱਕ ਗੱਲ ਹੋਰ ਕਰਾਂ, ਵੋਟਾਂ ਆਉਂਦੀਆਂ ਆਈਆਂ, ਵੋਟਾਂ ਦੇ ਵਿੱਚ ਜਿਵੇਂ ਗੱਲ ਹੁੰਦੀ ਆ ਬਿਹਾਰ ਵਰਗੇ ਸੂਬੇ ਦੀ ਜਾਂ ਯੂਪੀ ਦੀ ਗੱਲ ਹੁੰਦੀ ਆ, ਦਲਿਤ ਕਾਰਡ ਸਿੱਟੇ ਜਾਂਦੇ ਆ ਤੇ ਕਿਤੇ ਨਾ ਕਿਤੇ ਜਿਹੜੀ ਦਲਿਤ ਵੋਟ ਆ ਉਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੀ ਕਰਦੀ ਆ, ਉਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਜਿਹੜੇ ਕੈਬਨਿਟ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹ ਅਕਾਲੀ ਗਵਰਨਮੈਂਟ ਦਾ ਕੈਬਨਿਟ ਹੋਵੇ ਚਾਹੇ ਕਾਂਗਰਸ ਦਾ ਹੋਵੇ, ਉਹਦੇ ਵਿੱਚ ਵੀ ਉਹਨਾਂ ਰਾਖਵਾਂਕਰਨ ਰੱਖਿਆ ਹੀ ਜਾਂਦਾ ਗਾ। ਇੰਨੇ ਮੰਤਰੀ ਹੁੰਦੇ ਆ, ਇਸ ਹਿਸਾਬ ਨਾਲ ਸੀਟਾਂ ਦੀ ਪਹਿਲਾਂ ਵੰਡ ਕੀਤੀ ਜਾਂਦੀ ਆ, ਸਾਰਾ ਕੁਝ ਹੁੰਦਾ ਗਾ ਜੀ। ਪਰ ਇੱਕ ਪਾਸੇ ਵੋਟਾਂ ਵੇਲੇ ਜਾਂ ਇਹਨਾਂ ਦੇ ਚੋਣ ਮੈਨੀਫੈਸਟੋਆਂ ਦੇ ਵਿੱਚ ਅਸੀਂ ਦਲਿਤ ਨੂੰ ਜੀ ਇਹ ਕੁਝ ਦੇ ਰਹੇ ਹਾਂ, ਆਟਾ ਦਾਲ ਸਕੀਮ ਦੀ ਗੱਲ ਹੁੰਦੀ ਆ, ਇਹ ਸਕੀਮਾਂ ਦੀ ਗੱਲ ਹੁੰਦੀ ਆ, ਪਰ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਵੋਟਾਂ ਮੰਗਣ ਵੇਲੇ ਇੱਕ ਹੋਰ ਪਾਸਾ ਹੁੰਦਾਗਾ ਤੇ ਫਿਰ ਬਿਲਕੁਲ ਉਲਟਾ ਪਾਸਾ ਹੁੰਦਾਗਾ ਚਿਹਰੇ ਦਾ? ਬਿਲਕੁਲ, ਇਹ ਹੋਇਆ ਇਸ ਤਰ੍ਹਾਂ ਜੀ, ਇਹ ਆਪਦੀ ਇੱਕ ਸਕੀਮ ਦੇ ਵਿੱਚ ਕਾਮਯਾਬ ਹੋ ਗਏ 3 ਸਾਲ ਲਈ। ਇਹਨਾਂ ਨੇ ਆਪਦੇ ਖਜ਼ਾਨੇ ਵਿੱਚੋਂ 1 ਵੀ ਰੁਪਈਆ ਦਿੱਤੇ ਬਿਨਾ 3 ਸਾਲ ਕਾਲਜਾਂ ਤੋਂ ਉਹਨਾਂ ਦੇ ਗਲ 'ਚ ਅੰਗੂਠਾ ਦੇ ਕੇ ਦਲਿਤ ਵਿਦਿਆਰਥੀ ਪੜ੍ਹਾ ਲਏ। ਦਲਿਤ ਵਿਦਿਆਰਥੀ ਇਸ ਲਈ ਖੁਸ਼ ਸੀਗੇ ਵੀ ਉਹਨਾਂ ਨੇ 2000 ਵੀ ਕੈਸੀ ਗਵਰਨਮੈਂਟ ਆਈ ਹੈ, ਸਾਨੂੰ 2017 ਤੋਂ ਲੈ ਕੇ 2020 ਤੱਕ ਸਾਨੂੰ ਤਾਂ ਐਗਜ਼ਾਮੀਨੇਸ਼ਨ ਫੀਸ ਵੀ ਨਹੀਂ ਦੇਣੀ ਪਈ। ਜੀ ਜੀ। ਇਹ ਹੋਇਆ ਕਿਹਦੇ ਕਰਕੇ ਆ? ਕਿਹਨੇ ਦਿੱਤਾ ਉਹ ਪੈਸਾ? ਕਾਲਜਾਂ ਨੇ। ਪੜ੍ਹਾਏ ਕਿਹਨੇ? ਕਾਲਜਾਂ ਨੇ। ਇਸ ਲਈ ਦਲਿਤ ਵਿਦਿਆਰਥੀਆਂ ਨੂੰ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ, ਕਿਉਂਕਿ ਜੇ ਤਾਂ ਉਹਨਾਂ ਨੇ ਪਾਕਟ 'ਚੋਂ ਪੈਸੇ ਦੇਣੇ ਹੁੰਦੇ ਫਿਰ ਉਹਨਾਂ ਨੂੰ ਪਤਾ ਲੱਗਦਾ, ਜੇ ਵਾਪਸ ਲੈਂਦੇ ਸਰਕਾਰ ਤੋਂ ਫਿਰ ਵੀ ਪਤਾ ਲੱਗਦਾ। ਨਾ ਉਹਨਾਂ ਨੇ ਕੋਈ ਪੈਸਾ ਦਿੱਤਾ, ਨਾ ਉਹਨਾਂ ਨੂੰ ਕੋਈ ਪੈਸਾ ਆਇਆ। ਦੂਜੀ ਗੱਲ ਕਰ ਰਹੇ, ਮੈਂ ਮਾਫੀ ਚਾਹੂੰਗਾ ਵੀ ਪਤਾ ਨਹੀਂ, ਇਹ ਜਿਹੜੀ ਆਪਾਂ ਕਹਿ ਦਈਏ ਵੀ ਜਾਗਰੂਕ ਨਹੀਂ ਵਿਦਿਆਰਥੀ, ਇਹਦੇ ਲਈ ਤੁਸੀਂ ਕੀ ਕਰ ਰਹੇ? ਜਾਗਰੂਕ ਇਸ ਤਰ੍ਹਾਂ ਜੀ ਗੱਲ, ਸਾਡੇ ਨਾਲੋਂ ਵੱਧ ਜਾਗਰੂਕ ਕਰਨ ਦੇ ਵਿੱਚ ਉਲਟ ਪਾਸੇ ਸਰਕਾਰ ਕਾਮਯਾਬ ਹੋ ਗਈ। ਇੱਕ ਹੁੰਦੇ ਫੋਕੀ ਸ਼ੋਹਰਤ ਕਰਨਾ। ਜਦੋਂ ਅਸੀਂ ਦਲਿਤ ਵਿਦਿਆਰਥੀ ਤੋਂ ਕਿਸੇ ਨੇ ਇਹ ਕਹਿ ਕੇ ਵੀ ਐਗਜ਼ਾਮੀਨੇਸ਼ਨ ਫੀਸ ਮੰਗਣ ਦੀ ਕੋਸ਼ਿਸ਼ ਕੀਤੀ ਵੀ ਬੱਚਿਓ ਇਹ ਤਾਂ ਸਾਨੂੰ ਦੇ ਦਿਓ, ਇਹ ਤਾਂ ਅਸੀਂ ਆਪਣੇ ਕੋਲੋਂ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਯੂਨੀਵਰਸਿਟੀ ਨੂੰ ਭਰਨੀ ਆ, ਤਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਧਮਕੀਆਂ ਆਈਆਂ, ਉਹਨਾਂ ਨੂੰ ਖੁਸ਼ ਕੀਤਾ ਗਿਆ ਵੀ ਜੇ ਕੋਈ ਕਾਲਜ ਕੋਈ ਤੁਹਾਡੇ ਤੋਂ ਪੈਸਾ ਮੰਗ ਰਿਹਾ ਸਾਨੂੰ ਸ਼ਿਕਾਇਤ ਕਰੋ। ਠੀਕ ਹੈ ਜੀ ਗੱਲ। ਲੇਕਿਨ ਉਹ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਹਜੇ ਤੱਕ ਵੀ ਜਿਹੜਾ ਕਾਲਜਾਂ ਨੇ ਉਹਨਾਂ ਨੂੰ ਸਾਨੂੰ ਪੜ੍ਹਾਇਆ 3 ਸਾਲ, ਉਹਨਾਂ ਨੂੰ ਸਾਡੀ ਫੀਸ ਦੇ ਬਦਲੇ 1 ਵੀ ਰੁਪਈਆ ਨਹੀਂ ਮਿਲਿਆ ਅੱਜ ਤੱਕ। ਜਦੋਂ ਇਹ ਦਲਿਤ ਵਿਦਿਆਰਥੀਆਂ ਨੂੰ ਪਤਾ ਲੱਗੂਗਾ, ਉਹਨਾਂ ਦੇ ਜਥੇਬੰਦੀਆਂ ਨੂੰ ਪਤਾ ਲੱਗੂਗਾ, ਇਹ ਚਾਨਣ ਹੋਊਗਾ, ਤਾਂ ਉਹ ਸਮਝਣਗੇ ਵੀ ਇਹਦਾ ਪ੍ਰਭਾਵ ਕੀ ਪਊਗਾ। ਪਰ ਉਦੋਂ ਤੱਕ ਸਿਰ ਉੱਤੋਂ ਦੀ ਪਾਣੀ ਲੰਘ ਚੁੱਕਿਆ ਜੀ। ਹੁਣ ਦੇਖੋ ਰਿਜ਼ਲਟ ਕੀ ਹੋਊਗਾ। ਜਿਹੜੇ ਨੇ 2017 ਦੇ ਵਿੱਚ ਵਿਦਿਆਰਥੀ ਨੇ 4 ਸਾਲੇ ਕੋਰਸ ਦੇ ਵਿੱਚ ਦਾਖਲਾ ਲਿਆ ਸੀ, ਅੱਜ ਉਹ 4ਥੇ ਸਾਲ 'ਚ ਆ। ਹੁਣ ਕਾਲਜਾਂ ਨੇ ਉਹਨਾਂ ਨੂੰ ਨੋਟਿਸ ਕੱਢਤੇ ਫੀਸਾਂ ਦੇ ਜੀ, ਉਹ 4 ਸਾਲ ਦੀ ਫੀਸ ਮੰਗਣਗੇ, ਨਹੀਂ ਉਹਨਾਂ ਦੇ ਰੋਲ ਨੰਬਰ ਰੋਕਣਗੇ, ਤਾਂ ਹੁਣ ਇਹ ਚੀਜ਼ ਉੱਭਰਨੀ ਸ਼ੁਰੂ ਹੋਊਗੀ। ਦੂਜੀ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਦੱਸ ਰਿਹਾ, ਇਹ ਉਸ ਤੋਂ ਵੀ ਗੰਭੀਰ ਆ। ਮੈਂ ਗੱਲ ਆਪਦੀ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ। ਮੈਂ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਨਾ ਚਾਹੁੰਦਾ। ਕੇਂਦਰ ਨੇ ਮੰਨ ਲਓ ਬੀਐਡ ਕੋਰਸ ਦੀ 64,000 ਰੁਪਏ ਫੀਸ ਦੇਣ ਨੂੰ ਤਿਆਰ ਆ, ਪਰ ਸ਼ਰਤ ਇਹ ਹੈ ਵੀ ਜੇ 40% ਕੀ ਦੇਵੇ? ਸਟੇਟ ਦੇਵੇ। ਹੁਣ ਤੁਸੀਂ ਇਹ ਦੇਖੋ, ਸਟੇਟ ਜੇ 64% ਦਾ ਆਪਦਾ ਹਿੱਸਾ ਦੇ ਦਿੰਦੀ ਤਾਂ 35-36 ਹਜ਼ਾਰ ਸ਼ੇਅਰ ਜਿਹੜਾ ਕਿਹਨੇ ਦੇਣਾ ਸੀਗਾ? ਕੇਂਦਰ ਸਰਕਾਰ ਨੇ ਦੇਣਾ ਸੀਗਾ। ਇਹਨਾਂ ਨੇ ਆਪਦਾ ਸ਼ੇਅਰ ਘਟਾਉਣ ਦੇ ਵਾਸਤੇ 16,000 ਦਾ 40% ਦਿੱਤਾ, ਤਾਂ ਕੇਂਦਰ ਸਰਕਾਰ ਵੱਲੋਂ ਕਿੰਨਾ ਆਇਆ? 60%, ਸਿਰਫ 9,000 ਰੁਪਈਆ। ਇਹਨਾਂ ਨੇ ਆਪਦੇ 40% ਦੇ ਚੱਕਰ ਦੇ ਵਿੱਚ ਕੇਂਦਰ ਤੋਂ ਆਉਣ ਵਾਲਾ 60% ਵਜ਼ੀਫਾ ਵਿਦਿਆਰਥੀਆਂ ਦਾ ਰੋਲ ਦਿੱਤਾ। ਤਾਂ ਇਹਦੇ ਨਾਲ ਕੀ ਹੋਊਗਾ? ਜਿਹੜੀ ਬਾਕੀ ਬਕਾਇਆ ਫੀਸਾਂ ਨੇ ਉਹ ਵਿਦਿਆਰਥੀਆਂ ਨੂੰ ਖੁਦ ਪੇ ਕਰਨੀਆਂ ਪੈਣਗੀਆਂ, ਜਿਹਦਾ ਬਹੁਤ ਜਲਦੀ ਹੀ ਵਿਦਿਆਰਥੀਆਂ ਨੂੰ ਜਿਹੜਾ ਪਤਾ ਲੱਗ ਜਾਊਗਾ। ਇਸ ਸੰਬੰਧੀ ਅਸੀਂ ਕੋਰਟ ਦੇ ਵਿੱਚ ਵੀ ਮੂਵ ਕਰ ਚੁੱਕੇ ਹਾਂ। ਅਸੀਂ ਇਹ ਮੂਵ ਕਰ ਚੁੱਕੇ ਹਾਂ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਮਾਨਯੋਗ ਕੋਰਟ ਨੂੰ ਵੀ ਜਿੱਦੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ ਸਾਨੂੰ, ਉਸ ਦਿਨ ਇਹਨਾਂ ਦੀ ਆਹ ਫੀਸ ਦਿਖਾਈ ਗਈ ਸੀ ਸਾਨੂੰ, ਅੱਜ ਘੱਟ ਆ, ਵੀ ਕੱਲ੍ਹ ਨੂੰ ਅਸੀਂ ਇਹਦੇ ਦੋਸ਼ੀ ਨਹੀਂ ਹੋਵਾਂਗੇ। ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਉਹ ਸਾਰੀ ਪੈਦਾ, ਦੇਖੋ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਸਰਕਾਰ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਤੇ ਵੀ ਦੋਸ਼ ਲਾ ਰਿਹਾ ਵੀ ਉਹ ਕੋਈ ਜਾਣਬੁੱਝ ਕੇ ਦਲਿਤ ਵਿਦਿਆਰਥੀਆਂ ਦਾ ਨੁਕਸਾਨ ਕਰ ਰਹੀ ਹੈ, ਪਰੰਤੂ ਇਹਨਾਂ ਦੀ ਜੋ ਸਾਡੀਆਂ ਵੱਖ-ਵੱਖ ਮੀਟਿੰਗਾਂ 'ਚੋਂ ਗੱਲ ਉੱਭਰ ਕੇ ਬਾਹਰ ਆਈ ਹੈ, ਇਹਨਾਂ ਦੀ ਆਰਥਿਕ ਹਾਲਤ ਹੀ ਇੰਨੀ ਖਸਤਾ ਹੋ ਚੁੱਕੀ ਹੈ ਵੀ ਇਹ ਕਿਸੇ ਵੀ ਢੰਗ ਨਾਲ
ਇਹ ਜਿਹੜਾ ਵਜ਼ੀਫਾ ਦੇਣ ਦੇ ਯੋਗ ਨਹੀਂ ਹੈ। ਇੱਕ ਪਾਸੇ ਕੱਲ ਵੀ ਜੇ ਬਜਟ ਦੀ ਆਪਾਂ ਗੱਲ ਕਰਦੇ ਆ ਜੀ, ਫਿਰੋਜ਼ਪੁਰ ਵੀ ਯੂਨੀਵਰਸਿਟੀ ਦੀ ਅਨਾਉਂਸਮੈਂਟ ਹੋਈ ਆ, ਇੱਕ ਜਗ੍ਹਾ ਹੋਰ ਹੋਈ ਆ। ਇੱਕ ਪਾਸੇ ਇਹ ਚੀਜ਼ ਕਹੀ ਜਾਂਦੀ ਹੈ, ਖਾਸ ਕਰਕੇ ਜੇ ਮਾਲਵੇ ਖਿੱਤੇ ਦੀ ਗੱਲ ਹੁੰਦੀ ਹੈ ਵੀ ਮਾਲਵਾ ਜੇ ਪੰਜਾਬ ਬਿਜਲੀ 'ਚ ਵੀ ਸਰਪਲਸ ਆ ਤੇ ਐਜੂਕੇਸ਼ਨ ਪੱਖੋਂ ਮਾਲਵੇ ਦੇ ਵਿੱਚ ਤਾਂ ਬਹੁਤ ਵਧੀਆ ਹੋ ਗਿਆ ਸਿਸਟਮ। ਇਹ ਕਿੱਧਰ ਗੱਲਾਂ ਜਾਂਦੀਆਂ ਗਈਆਂ? ਦੇਖੋ ਜਿਹੜੇ ਅੱਜ ਕੱਲ੍ਹ ਕਾਲਜ ਖੁੱਲ੍ਹ ਰਹੇ ਨੇ ਜੀ, ਇਹਨਾਂ ਵਿੱਚੋਂ ਬਹੁਤੇ ਕੋਰਸ ਨੇ ਜਿਹੜੇ ਉਹ ਸੈਲਫ ਫਾਈਨਾਂਸਡ ਕੋਰਸ ਨੇ। ਜਦ ਉਹੀ ਕੋਰਸ ਤੁਹਾਡੇ ਇਲਾਕੇ ਦੇ ਵਿੱਚ ਇੱਕ ਖੁੱਲਿਆ ਪ੍ਰਾਈਵੇਟ ਸੰਸਥਾ ਵੀ ਉਹੀ ਫੀਸ ਤੇ ਪੜ੍ਹਾ ਰਹੀ ਹੈ। ਇੱਕ ਤੁਸੀਂ ਕੋਈ ਸੰਸਥਾ ਖੋਲ ਦਿੰਦੇ ਹੋ ਸਰਕਾਰੀ, ਜਿਹੜੇ ਅੱਜ ਕੱਲ੍ਹ ਸਰਕਾਰੀ ਕਾਲਜ ਖੁੱਲ੍ਹ ਰਹੇ ਨੇ ਜੀ, ਉਹਨਾਂ ਵਿੱਚ ਵੀ ਬਹੁਤੇ ਕੋਰਸ ਨੇ ਜਿਹੜੇ ਉਹ ਸੈਲਫ ਫਾਈਨਾਂਸਡ ਕੋਰਸ ਨੇ। BCA ਹੈ, ਹੋਰ ਇਸ ਤਰ੍ਹਾਂ ਦੇ ਕੋਰਸ ਨੇ ਜਿਨ੍ਹਾਂ ਦੀਆਂ ਫੀਸਾਂ ਪ੍ਰਾਈਵੇਟ ਸੰਸਥਾਵਾਂ ਦੇ ਬਰਾਬਰ ਨੇ। ਤਾਂ ਤੁਸੀਂ ਇਹ ਕੁਛ ਕਰਨ ਦੀ ਬਜਾਏ ਚੰਗਾ ਹੋਵੇ ਜਿਹੜੇ ਪਹਿਲਾਂ ਮੌਜੂਦਾ ਕਾਲਜ ਚੱਲ ਰਹੇ ਨੇ, ਜੇ ਉਹਨਾਂ ਨੂੰ ਵਿੱਤੀ ਸਹਾਇਤਾ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ, ਜਿਹੜੀ ਉਹਨਾਂ ਦਾ ਬਣਦਾ ਸਕਾਲਰਸ਼ਿਪ ਆ ਜਾਂ ਕੋਈ ਉਹਨਾਂ ਦੀ ਸਹਾਇਤਾ ਹੈਗੀ ਆ ਉਹ ਕਰ ਦਿੱਤੀ ਜਾਵੇ। ਹੁਣ ਕੱਲ ਇੱਕ ਮੈਂ ਇਹ ਵੀ ਪੜ੍ਹ ਰਿਹਾ ਸੀ ਵੀ ਸਰਕਾਰੀ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਬੱਸ ਸਹੂਲਤ ਹੋਊਗੀ। ਕੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜ੍ਹਦੇ ਨੇ ਕੀ ਉਹ ਪੜ੍ਹ ਨਹੀਂ ਰਹੇ? ਉਹਨਾਂ ਲਈ ਸਹੂਲਤ ਕਿਉਂ ਨਹੀਂ ਹੋਣੀ ਚਾਹੀਦੀ? ਇੱਕ ਵਿਦਿਆਰਥੀ ਪੜ੍ਹਨ ਲਈ ਜਾ ਰਿਹਾ, ਜਿਹੜਾ ਉਸ ਦਾ ਖਰਚਾ ਪੈਣਾ, ਉਸ ਦਾ ਟਿਕਟ ਦਾ ਖਰਚਾ ਪੈਣਾ, ਉਸ ਦਾ ਜਾਣ ਦਾ ਖਰਚਾ ਪੈਣਾ, ਉਹ ਤਾਂ ਵਿਦਿਆਰਥੀ ਦੀ ਬੋਝ ਜੇਬ ਤੇ ਪੈਣਾ ਨਾ। ਤਾਂ ਇੱਥੇ ਇਹ ਸਲੂਕ ਕਿਉਂ ਕੀਤਾ ਜਾ ਰਿਹਾ ਵੀ ਇਹ ਸਕੀਮ ਜਿਹੜੀ ਹੈਗੀ ਹੈ ਸਿਰਫ ਸਰਕਾਰੀ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੋਊਗੀ, ਪ੍ਰਾਈਵੇਟ 'ਚ ਕਿਉਂ ਨਹੀਂ ਹੋਊਗੀ? ਕੀ ਉਹਨਾਂ ਦੇ ਮਾਂ-ਬਾਪ ਨਹੀਂ ਹੈਗੇ? ਕੀ ਉਹ ਟੈਕਸ ਨਹੀਂ ਪੇ ਕਰਦੇ? ਜਾਂ ਉਹ ਕੀ ਪੰਜਾਬ ਦੇ ਵਸਿੰਦੇ ਨਹੀਂ ਹੈਗੇ? ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਨੇ ਉਹ ਸਾਰੀਆਂ ਭਰਮਾਉਣ ਵਾਲੀਆਂ ਸਕੀਮਾਂ ਨੇ। ਇਹਨਾਂ ਵਿੱਚ ਜਿਹੜੀ ਅਸਲ ਸੱਚਾਈ ਹੈਗੀ ਆ, ਫੈਕਟ ਬਹੁਤ ਮਤਲਬ ਘੱਟ ਹੈ। ਚਲੋ ਅਸੀਂ ਇਹ ਮੰਨ ਲੈਂਦੇ ਹਾਂ ਵੀ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਬੱਸਾਂ ਰਾਹੀਂ ਆਉਂਦੇ ਨੇ, ਫਿਰ ਉਹ ਬੱਸਾਂ ਨੂੰ ਸਪੈਸ਼ਲ ਰੋਡ ਟੈਕਸ ਆ ਪੰਜਾਬ 'ਚ, ਹਰਿਆਣੇ 'ਚ ਨਹੀਂ ਹੈਗਾ, ਹੋਰ ਸਟੇਟਾਂ 'ਚ ਨਹੀਂ ਹੈਗਾ, ਉਹਦਾ ਵਜਨ ਫੇਰ ਮਾਤਾ ਪਿਤਾ ਤੇ ਪੈਣਾ। ਸੋ ਇਸ ਲਈ ਜਿਹੜਾ ਐਜੂਕੇਸ਼ਨ ਦੇ ਨਜ਼ਰੀਏ ਤੋਂ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਹੀ, ਮੈਂ ਇਕੱਲੀ ਇਸ ਸਰਕਾਰ ਨੂੰ ਦੋਸ਼ ਨਹੀਂ ਦਿੰਦਾ, ਇਸ ਤੋਂ ਪਹਿਲੀ ਸਰਕਾਰਾਂ ਨੇ ਦੀ ਵੀ ਅਣਗਹਿਲੀਆਂ ਰਹੀਆਂ ਨੇ, ਪੰਜਾਬ ਦਾ ਹਮੇਸ਼ਾ ਤੋਂ ਸੰਤਾਪ ਇਹ ਰਿਹਾ ਵੀ ਇਹ ਜਾਂ ਤਾਂ 2-4 ਕਦਮ ਪਿੱਛੇ ਹੀ ਰਹੀ ਹੈ। ਤੁਹਾਨੂੰ ਯਾਦ ਹੋਊਗਾ ਵੀ ਅੱਜ ਤੋਂ ਬਹੁਤ ਸਾਲ ਪਹਿਲਾਂ ਬੱਚੇ ਜਿਹੜੇ ਇੰਜੀਨੀਅਰਿੰਗ ਕਰਨ ਵਾਸਤੇ ਮਹਾਰਾਸ਼ਟਰ, ਬਿਦਰ ਵਗੈਰਾ ਜਾਂਦੇ ਹੁੰਦੇ ਸੀ, ਉਦੋਂ ਸਾਰਾ ਪੰਜਾਬ ਦਾ ਪੈਸਾ ਡਰੇਨ ਹੋਇਆ ਬਾਹਰਲੀਆਂ ਸਟੇਟਾਂ ਨੂੰ। ETT ਕਰਨ, B.Ed ਕਰਨ ਜੰਮੂ ਜਾਂਦੇ ਰਹੇ ਨੇ, ਹੋਰ ਸਟੇਟਾਂ ਜਾਂਦੇ ਰਹੇ ਨੇ। ਹੁਣ ਜਦੋਂ ਪੰਜਾਬ ਦੇ ਵਿੱਚ ਬਹੁਤ ਸਟੈਂਡਰਡ ਦੇ, ਆਪਣਾ ਕੰਪੇਅਰ ਕਰੋ ਆਸੇ-ਪਾਸੇ ਸਟੇਟਸ ਨਾਲੋਂ, ਆਪਣੇ ਸਾਰੇ ਕਾਲਜ ਸਭ ਤੋਂ ਬੈਸਟ ਨੇ। ਜਦੋਂ ਇੱਥੇ ਸਾਰਾ ਕੁਝ ਖੁੱਲ੍ਹ ਗਏ ਤਾਂ ਫਿਰ ਇਹਨਾਂ ਨੂੰ ਸਰਵਾਈਵ ਕਰਨ ਦੇ ਲਈ ਜੋ ਸਰਕਾਰ ਨੇ ਖੁਦ ਨਿਰਧਾਰਿਤ ਕੀਤੀਆਂ ਫੀਸਾਂ ਨੇ, ਅਗਰ ਉਹ ਵੀ ਉਹਨਾਂ ਨੂੰ ਪੂਰਤੀ ਨਹੀਂ ਹੋਊਗੀ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਸੰਸਥਾਵਾਂ 30% ਸੰਸਥਾਵਾਂ ਨੇ ਜਿਹੜੀਆਂ ਬੰਦ ਹੋ ਚੁੱਕੀਆਂ ਨੇ, ਤੇ ਬਾਕੀ ਨੇ ਜਿਹੜੀਆਂ ਉਹ ਬੈਂਕਾਂ ਦੀਆਂ ਕਰਪਟ ਹੋ ਚੁੱਕੀਆਂ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅੱਧਾ ਜੂਥ ਤਾਂ ਪਹਿਲਾਂ ਹੀ ਬਾਹਰ ਨੂੰ ਜਾ ਰਿਹਾ, ਜਿਹੜੇ ਪੰਜਾਬ ਦੇ ਵਿੱਚ ਪੜ੍ਹਨ ਨੂੰ ਵੀ ਇਹਨਾਂ ਨੂੰ ਕੋਈ ਮਿਆਰੀ ਕਾਲਜ ਜਿਹੜੇ ਮਿਲਣੇ ਨਹੀਂ ਹੈਗੇ। ਜੀ ਧੁਰੀ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਤੇ ਮੈਂ ਅੱਗੇ ਵੀ ਚਾਹੂੰਗਾ ਵੀ ਅੱਗੇ ਵੀ ਆਪਾਂ ਇਸ ਮੁੱਦੇ ਦੇ ਉੱਤੇ ਲਗਾਤਾਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਖਾਸ ਮੁਲਾਕਾਤ ਦੇ ਵਿੱਚ ਚਰਚਾ ਕਰਦੇ ਰਹੀਏ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਅਸਲ ਦੇ ਵਿੱਚ ਅਸਲੀ ਖੇਡ ਹੈ ਕੀ। ਜੀ, ਮੈਂ ਵੀ ਤੁਹਾਨੂੰ ਸਾਰੀ ਆਪਣੀ ਸੰਸਥਾ ਵੱਲੋਂ ਧੰਨਵਾਦ ਕਰਦਾ ਜੀ, ਤੇ ਨਾਲ ਹੀ ਤੁਹਾਡੇ ਮਾਧਿਅਮ ਦੇ ਰਾਹੀਂ ਦਲਿਤ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ ਤੇ ਉਹਨਾਂ ਦੇ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਆਪਦੇ ਹੱਕਾਂ ਦੇ ਪ੍ਰਤੀ ਜਾਗਰਤ ਹੋਵੋ। ਅਸੀਂ ਇਸ ਦਾ ਯੋਗਦਾਨ ਜਿਹੜਾ ਹੈਗਾ ਇਸੇ ਤਰ੍ਹਾਂ ਸੰਸਥਾਵਾਂ ਪਾਉਂਦੀਆਂ ਰਹਿਣਗੀਆਂ। ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਪੜ੍ਹੀਏ ਵੀ ਇਹ ਹੈ ਕੀ ਆ, ਕੇਂਦਰ ਕੀ ਦੇਣਾ ਚਾਹੁੰਦਾ ਤੇ ਇੱਥੇ ਕੀ ਪੋਜੀਸ਼ਨ ਆ, ਤਾਂ ਕਿ ਜਿਹੜਾ ਦਲਿਤ ਵਿਦਿਆਰਥੀਆਂ ਦਾ ਜਿਹੜਾ ਫਿਊਚਰ ਆ ਉਹ ਸੁਰੱਖਿਅਤ ਰਹਿ ਸਕੇ ਜੀ। ਧੰਨਵਾਦ ਜੀ। ਸੋ ਇਹ ਸੀ ਜਗਜੀਤ ਸਿੰਘ ਧੂਰੀ ਜਿਨ੍ਹਾਂ ਨੇ ਆਪਾਂ ਨੂੰ ਪੋਸਟ ਮੈਟ੍ਰਿਕ ਸਕੀਮ ਬਾਰੇ ਚੰਗੀ ਤਰ੍ਹਾਂ ਦੱਸਿਆ। ਅਸੀਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਵੀ ਇਹਨਾਂ ਦੀਆਂ ਗੱਲਾਂ ਜੋ ਆ ਸਮਝ ਵੀ ਆਈਆਂ ਹੋਣਗੀਆਂ, ਤਾਂ ਅੱਗੇ ਵੀ ਤੁਸੀਂ ਇਸ ਨੂੰ ਸ਼ੇਅਰ ਕਰੋਗੇ, ਦੱਸੋਗੇ ਲੋਕਾਂ ਨੂੰ ਵੀ ਅਸਲ ਦੇ ਵਿੱਚ ਅਸਲੀ ਕਹਾਣੀ ਹੈ ਕੀ। ਅਸੀਂ ਫਿਰ ਕੋਸ਼ਿਸ਼ ਕਰਾਂਗੇ ਵੀ ਇਸ ਮੁੱਦੇ ਦੇ ਉੱਤੇ ਲਗਾਤਾਰ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੇ, ਤਾਂ ਜੋ ਵੀ ਚੀਜ਼ਾਂ, ਚਾਹੇ ਉਹ ਮਾਣਯੋਗ ਅਦਾਲਤ ਵੱਲ ਨੂੰ ਇਹ ਮੂਵ ਹੋ ਗਏ ਨੇ, ਉੱਥੋਂ ਕੀ ਆ ਰਿਹਾ ਹੈਗਾ ਆਊਟਪੁੱਟ, ਜਾਂ ਇੱਧਰਲੇ ਪਾਸਿਓਂ ਸਰਕਾਰ ਵਾਲੇ ਪਾਸਿਓਂ ਕੀ ਆਊਟਪੁੱਟ ਆ ਰਹੀ ਹੈ, ਇਹਨਾਂ ਵਾਲੇ ਪਾਸਿਓਂ ਕੀ ਆਊਟਪੁੱਟ ਆ ਰਹੀ ਹੈ, ਜਾਂ ਜਿਹੜੀਆਂ ਜਥੇਬੰਦੀਆਂ ਨੇ ਖਾਸ ਕਰਕੇ SC ਜਥੇਬੰਦੀਆਂ ਜਾਂ BC ਜਥੇਬੰਦੀਆਂ, ਜਿਹੜੇ ਲੋਕ ਆਪਣੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਲੜਦੇ ਆਏ ਆ, ਉਹ ਇਸ ਪ੍ਰਤੀ ਕਿੰਨੇ ਕੁ ਜਾਗਰੂਕ ਹੋਏ ਨੇ। ਉਮੀਦ ਆ ਤੁਹਾਨੂੰ ਅੱਜ ਦੀ ਮੁਲਾਕਾਤ ਸਾਡੀ ਵਧੀਆ ਲੱਗੀ ਹੋਊਗੀ। ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਬਾਰੇ ਪਤਾ ਲੱਗ ਸਕੇ। ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।